ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਦੇ ਉੱਪਰ। ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮ ਨੇ ਕੀਤਾ ਸਭ ਨੂੰ ਹੈਰਾਨ। ਕੁਝ ਘੰਟਿਆਂ ਦੇ ਵਿੱਚ ਆਈਆਂ ਕਈ ਹਜ਼ਾਰ ਅਰਜ਼ੀਆਂ। ਬਰੈਂਪਟਨ ਦੇ 3 ਪੰਜਾਬੀ ਚਾਰਜ 80 ਸਾਲਾ ਬਜ਼ੁਰਗ ਨੂੰ ਬਣਾਇਆ ਧੋਖੇ ਦਾ ਸ਼ਿਕਾਰ। ਐਪਸਫੋਰਡ ਦੇ ਜੋੜੇ ਨੇ ਕੀਤੀ $80,000 ਦੀ ਧੋਖਾਧੜੀ। ਹੁਣ ਕੋਰਟ ਨੇ ਦੋਨਾਂ ਨੂੰ ਮਾਮਲੇ ਦੇ ਵਿੱਚ ਸੁਣਾਈ ਸਜ਼ਾ। ਸਰੀ ਦੇ ਵਿੱਚ 33,000 ਨੂੰ ਮੁੜ ਮਿਲੀ ਨੌਕਰੀ। ਕਰੋਨਾ ਕਾਰਨ ਚਲੀ ਗਈ ਸੀ ਨੌਕਰੀ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਹਫ਼ਤੇ ਲੱਗਣਗੇ ਨਾਕੇ। ਜਾਣੋ ਕਿਹੜੀ ਥਾਂ ਦੇ ਉੱਪਰ ਲੱਗਣਗੇ ਨਾਕੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਿਸ ਨਵੇਂ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਸੀ ਉਸ ਦੀ ਸ਼ੁਰੂਆਤ ਹੋ ਗਈ ਹੈ। ਇਸ ਦੇ ਮੁਤਾਬਕ 90,000 ਦੇ ਕਰੀਬ ਅਸੈਂਸ਼ੀਅਲ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ ਨੂੰ ਕੈਨੇਡਾ ਦੇ ਵਿੱਚ PR ਹਾਸਲ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਸ ਦੇ ਲਈ ਕਾਫੀ ਉਤਸ਼ਾਹ ਪਹਿਲੇ ਹੀ ਦਿਨ ਜਾਂ ਫਿਰ ਕਹਿ ਲਈਏ ਕਿ ਕੁਝ ਘੰਟਿਆਂ ਦੌਰਾਨ ਦੇਖਣ ਨੂੰ ਮਿਲਿਆ, ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਇੰਟਰਨੈਸ਼ਨਲ ਗ੍ਰੈਜੂਏਟ ਕੈਟੇਗਰੀ ਦੇ ਅਧੀਨ ਅਰਜ਼ੀਆਂ ਮਿਲੀਆਂ ਹਨ। ਨਵੰਬਰ ਮਹੀਨੇ ਇਸ ਪ੍ਰੋਗਰਾਮ ਨੂੰ ਬੰਦ ਕੀਤਾ ਜਾਣਾ ਸੀ, ਪਰ ਹੁਣ ਲੱਗਦਾ ਹੈ ਕਿ ਇਸ ਦਾ ਕੋਟਾ ਪੂਰਾ ਹੋ ਜਾਵੇਗਾ। ਇਹ ਵੀ ਲੱਗ ਰਿਹਾ ਹੈ ਕਿ ਕੁਝ ਹੀ ਘੰਟਿਆਂ ਦੇ ਵਿੱਚ ਇਹ ਕੋਟਾ ਜਿਹੜਾ ਹੈ ਉਹ ਪੂਰਾ ਹੋ ਜਾਵੇਗਾ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੇ ਪ੍ਰੋਗਰਾਮਸ ਦਾ ਐਲਾਨ ਕੀਤਾ ਗਿਆ ਸੀ, ਇਸ ਦੀ ਸ਼ੁਰੂਆਤ ਹੋ ਚੁੱਕੀ ਹੈ। ਹੁਣ ਇਸ ਦੇ ਤਹਿਤ ਅਰਜ਼ੀਆਂ ਮਨਜ਼ੂਰ ਕੀਤੀਆਂ ਜਾ ਰਹੀਆਂ ਹਨ। ਪਹਿਲੇ ਹੀ ਦਿਨ ਭਾਰੀ ਉਤਸ਼ਾਹ ਇਸ ਸੰਬੰਧੀ ਦੇਖਣ ਨੂੰ ਮਿਲਿਆ। ਕੈਨੇਡਾ ਦੇ ਇਸ ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮ ਵੱਲੋਂ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਗਿਆ, ਕਿਉਂਕਿ ਕੁਝ ਹੀ ਘੰਟਿਆਂ ਦੇ ਵਿੱਚ ਵੱਡੀ ਗਿਣਤੀ ਅੰਦਰ ਐਪਲੀਕੈਂਟਸ ਵੱਲੋਂ ਅਰਜ਼ੀਆਂ ਦਿੱਤੀਆਂ ਗਈਆਂ। ਜੇਕਰ ਪਹਿਲੇ 5.5 ਘੰਟਿਆਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ ਤਾਂ ਵਰਕਰਸ ਇਨ ਕੈਨੇਡਾ ਹੈਲਥ ਕੇਅਰ ਦੇ ਅਧੀਨ ਹੁਣ ਤੱਕ 333 ਐਪਲੀਕੇਸ਼ਨਸ ਆ ਚੁੱਕੀਆਂ ਨੇ, ਜਦਕਿ ਇਸ ਦੇ ਅਧੀਨ 20,000 ਐਪਲੀਕੇਸ਼ਨਸ ਮਨਜ਼ੂਰ ਕੀਤੀਆਂ ਜਾਣੀਆਂ ਹਨ। ਇਸ ਦੇ ਨਾਲ ਹੀ ਵਰਕਰਸ ਇਨ ਕੈਨੇਡਾ ਅਸੈਂਸ਼ੀਅਲ ਨਾਨ ਹੈਲਥ ਕੇਅਰ ਦੇ ਵਿੱਚ 2,670 ਐਪਲੀਕੇਸ਼ਨਸ ਆ ਚੁੱਕੀਆਂ ਨੇ। ਇਸ ਦੇ ਅਧੀਨ 30,000 ਐਪਲੀਕੇਸ਼ਨਸ ਮਨਜ਼ੂਰ ਹੋਣਗੀਆਂ। ਸਭ ਤੋਂ ਵੱਧ ਉਤਸ਼ਾਹ ਇੰਟਰਨੈਸ਼ਨਲ ਗ੍ਰੈਜੂਏਟ ਕੈਟੇਗਰੀ ਦੇ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਮਹਿਜ਼ ਕੁਝ ਹੀ ਘੰਟਿਆਂ ਦੇ ਵਿੱਚ 21,582 ਐਪਲੀਕੈਂਟਸ ਦੇ ਵੱਲੋਂ ਆਪਣੀਆਂ ਅਰਜ਼ੀਆਂ ਲਗਾਈਆਂ ਗਈਆਂ। ਇਸ ਦੇ ਅਧੀਨ 40,000 ਅਰਜ਼ੀਆਂ ਸਵੀਕਾਰ ਕੀਤੀਆਂ ਜਾਣੀਆਂ ਹਨ। ਇਸ ਸਟ੍ਰੀਮ ਨੂੰ ਦੇਖ ਕੇ ਇਹ ਲੱਗ ਰਿਹਾ ਹੈ ਕਿ ਜਲਦ ਹੀ ਕੁਝ ਘੰਟਿਆਂ ਦੇ ਵਿੱਚ ਇਹ ਕੋਟਾ ਪੂਰਾ ਹੋ ਜਾਵੇਗਾ। ਜੇਕਰ ਫ੍ਰੈਂਚ ਸਪੀਕਿੰਗ ਸਟ੍ਰੀਮਸ ਦੀ ਗੱਲ ਕੀਤੀ ਜਾਵੇ, ਫ੍ਰੈਂਚ ਸਪੀਕਿੰਗ ਵਰਕਰਸ ਇਨ ਕੈਨੇਡਾ ਹੈਲਥ ਕੇਅਰ ਦੇ ਅਧੀਨ 4 ਐਪਲੀਕੇਸ਼ਨਸ ਆ ਚੁੱਕੀਆਂ ਹਨ, ਜਦਕਿ ਇਸ ਦਾ ਕੋਟਾ ਅਨਲਿਮਿਟਿਡ ਹੈ। ਫ੍ਰੈਂਚ ਸਪੀਕਿੰਗ ਵਰਕਰਸ ਇਨ ਕੈਨੇਡਾ ਅਸੈਂਸ਼ੀਅਲ ਨਾਨ ਹੈਲਥ ਕੇਅਰ ਦੇ ਅਧੀਨ 137 ਐਪਲੀਕੇਸ਼ਨਸ ਆ ਚੁੱਕੀਆਂ ਨੇ। ਇਸ ਦਾ ਕੋਟਾ ਵੀ ਅਨਲਿਮਿਟਿਡ ਹੈ। ਫ੍ਰੈਂਚ ਸਪੀਕਿੰਗ ਰੀਸੈਂਟ ਇੰਟਰਨੈਸ਼ਨਲ ਗ੍ਰੈਜੂਏਟਸ ਫਰੋਮ ਅ ਕੈਨੇਡਾ ਇੰਸਟੀਟਿਊਸ਼ਨ ਦੇ ਅਧੀਨ 30 ਅਰਜ਼ੀਆਂ ਆ ਚੁੱਕੀਆਂ ਨੇ, ਜਦਕਿ ਇਸ ਦਾ ਕੋਟਾ ਅਨਲਿਮਿਟਿਡ ਹੈ। ਇਨ੍ਹਾਂ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਅਧੀਨ IRCC ਵੱਲੋਂ 90,000 ਦੇ ਕਰੀਬ ਅਸੈਂਸ਼ੀਅਲ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਕਿ ਉਹ ਕੈਨੇਡਾ ਦੇ ਵਿੱਚ PR ਹਾਸਲ ਕਰ ਸਕਣ। ਇਸ ਦੇ ਚੱਲਦਿਆਂ ਜਿਹੜੀ ਇੰਟਰਨੈਸ਼ਨਲ ਗ੍ਰੈਜੂਏਟ ਸੀ ਕੈਟੇਗਰੀ ਹੈ, ਉਸ ਦੇ ਅਧੀਨ ਕਾਫੀ ਜ਼ਿਆਦਾ ਅਰਜ਼ੀਆਂ ਆ ਰਹੀਆਂ ਹਨ, ਜਾਣੀ ਕਿ ਇਸ ਦੇ ਵਾਸਤੇ ਕਾਫੀ ਜ਼ਿਆਦਾ ਡਿਮਾਂਡ ਦੇਖਣ ਨੂੰ ਮਿਲ ਰਹੀ ਹੈ। ਜਾਣਕਾਰੀ ਦੇ ਲਈ ਦੱਸ ਦਈਏ ਕਿ ਇਹਨਾਂ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਾਸਤੇ ਨਵੰਬਰ 5 ਤੱਕ ਅਰਜ਼ੀਆਂ ਲਈਆਂ ਜਾਣਗੀਆਂ। ਬਰੈਂਪਟਨ ਤੋਂ ਮਾਮਲਾ ਸਾਹਮਣੇ ਆਇਆ, ਜਿੱਥੇ 3 ਪੰਜਾਬੀਆਂ ਨੂੰ ਚਾਰਜ ਕੀਤਾ ਗਿਆ। ਉਹ ਇਸ ਕਰਕੇ ਕਿਉਂਕਿ ਇਹਨਾਂ ਵੱਲੋਂ ਇੱਕ ਬਜ਼ੁਰਗ ਨੂੰ ਆਪਣੀ ਧੋਖਾਧੜੀ ਦਾ ਸ਼ਿਕਾਰ ਬਣਾਇਆ ਗਿਆ। ਦਰਅਸਲ 80 ਸਾਲ ਦੀ ਬਜ਼ੁਰਗ ਔਰਤ ਨੂੰ ਇਹਨਾਂ ਵੱਲੋਂ ਆਪਣੇ ਧੋਖੇ ਦਾ ਸ਼ਿਕਾਰ ਬਣਾਇਆ ਗਿਆ। ਇਸ ਦੇ ਚੱਲਦਿਆਂ ਹੁਣ ਇਹਨਾਂ ਨੂੰ ਚਾਰਜ ਕੀਤਾ ਗਿਆ। ਜਲਦ ਹੀ ਕੋਰਟ ਦੇ ਵਿੱਚ ਇਹਨਾਂ ਦੀ ਪੇਸ਼ੀ ਹੋਵੇਗੀ। ਬਰੈਂਪਟਨ 'ਚੋਂ 3 ਜਾਣਿਆਂ ਨੂੰ ਚਾਰਜ ਕੀਤਾ ਗਿਆ। ਉਹ ਇਸ ਕਰਕੇ ਕਿਉਂਕਿ ਉਹਨਾਂ ਵੱਲੋਂ 80 ਸਾਲਾ ਬਜ਼ੁਰਗ ਨੂੰ ਆਪਣੀ ਧੋਖਾਧੜੀ ਦਾ ਸ਼ਿਕਾਰ ਬਣਾਇਆ ਗਿਆ ਸੀ। ਇਸ ਦੋਸ਼ ਦੇ ਹੇਠ ਇਹਨਾਂ 3 ਜਾਣਿਆਂ ਨੂੰ ਚਾਰਜ ਕੀਤਾ ਗਿਆ। ਇਸ ਸੰਬੰਧੀ ਯਾਰਕ ਰੀਜਨਲ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ 80 ਸਾਲਾ ਬਜ਼ੁਰਗ ਔਰਤ ਦੇ ਨਾਲ ਕੈਨੇਡੀਅਨ ਰੈਵਨਿਊ ਅਧਿਕਾਰੀ ਬਣ ਕੇ ਇਹਨਾਂ ਵੱਲੋਂ ਠੱਗੀ ਮਾਰੀ ਜਾ ਰਹੀ ਸੀ ਤੇ ਇਸ ਦੋਸ਼ ਦੇ ਹੇਠ ਬਰੈਂਪਟਨ ਤੋਂ 3 ਜਾਣੇ ਗ੍ਰਿਫਤਾਰ ਕੀਤੇ ਗਏ ਅਤੇ ਇਹਨਾਂ ਨੂੰ ਇਸ ਸੰਬੰਧ ਦੇ ਵਿੱਚ ਚਾਰਜ ਵੀ ਕੀਤਾ ਗਿਆ ਹੈ। ਪੁਲਿਸ ਵੱਲੋਂ ਇਹਨਾਂ ਦੇ ਨਾਮ ਜਨਤਕ ਕੀਤੇ ਗਏ ਹਨ। ਉਹਨਾਂ ਨੇ ਦੱਸਿਆ ਕਿ ਤਨਵੀਰ ਸਿੰਘ, ਰਣਵੀਰ ਸਿੰਘ ਅਤੇ ਚਰਨਜੋਤ ਸਿੰਘ ਦੇ ਨਾਮ ਇਸ ਦੇ ਵਿੱਚ ਸ਼ਾਮਿਲ ਹਨ। ਇਹਨਾਂ ਵੱਲੋਂ ਇੱਕ 80 ਸਾਲਾ ਬਜ਼ੁਰਗ ਔਰਤ ਦੇ ਕੋਲੋਂ ਕੈਨੇਡੀਅਨ ਰੈਵਨਿਊ ਅਧਿਕਾਰੀ ਬਣ ਕੇ $10,000 ਬਰੈਂਪਟਨ ਦੇ ਇੱਕ ਐਡਰੈਸ ਦੇ ਉੱਪਰ ਭੇਜਣ ਦੀ ਮੰਗ ਕੀਤੀ ਗਈ ਸੀ ਅਤੇ ਜਦੋਂ ਉਸ ਵੱਲੋਂ ਡਾਲਰ ਨਾ ਦਿੱਤੇ ਗਏ ਤਾਂ ਉਦੋਂ ਗ੍ਰਿਫਤਾਰ ਕਰਨ ਦੀ ਵੀ ਧਮਕੀ ਦਿੱਤੀ ਗਈ। ਯਾਰਕ ਰੀਜਨਲ ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਗਈ, ਜਿਸ ਤੋਂ ਬਾਅਦ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਹੁਣ ਇਸ ਮਾਮਲੇ ਦੇ ਵਿੱਚ ਇਹਨਾਂ ਦੀ ਪੇਸ਼ੀ ਰੱਖੀ ਗਈ ਹੈ ਜੋ ਕਿ ਅਗਲੇ ਮਹੀਨੇ ਨਿਊ ਮਾਰਕੀਟ ਕੋਰਟ ਦੇ ਵਿੱਚ ਹੋਵੇਗੀ। ਐਪਸਪੋਰਟ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਜੋੜੇ ਵੱਲੋਂ $80,000 ਦਾ ਫਰਾਡ ਕੀਤਾ ਗਿਆ। ਦਰਅਸਲ ਇਹਨਾਂ ਵੱਲੋਂ ਕਈ ਵਿਕਟਮਸ ਦੀ ਆਈਡੈਂਟੀਟੀ ਜਾਣੀ ਕਿ ਉਹਨਾਂ ਦੀ ਪਹਿਚਾਣ ਦੀ ਵਰਤੋਂ ਕਰਕੇ ਨਕਲੀ ਕ੍ਰੈਡਿਟ ਕਾਰਡ ਬਣਾਏ ਜਾਂਦੇ ਸਨ। ਉਸ ਤੋਂ ਬਾਅਦ ਵੱਖ-ਵੱਖ ਚੀਜ਼ਾਂ ਦੇ ਉੱਪਰ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਮਾਮਲੇ ਦੇ ਵਿੱਚ ਇਹਨਾਂ ਨੂੰ ਦੋਸ਼ੀ ਪਾਇਆ ਗਿਆ ਜਿਸ ਤੋਂ ਬਾਅਦ ਹੁਣ ਸਜ਼ਾ ਦਾ ਐਲਾਨ ਕੀਤਾ ਗਿਆ ਹੈ। ਐਪਸਪੋਰਟ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਔਰਤ ਨੂੰ ਧੋਖਾਧੜੀ ਦੇ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਗਈ ਹੈ। ਇਸ ਔਰਤ ਵੱਲੋਂ ਆਪਣੇ ਪਤੀ ਦੇ ਨਾਲ ਮਿਲ ਕੇ $80,000 ਦੀ ਧੋਖਾਧੜੀ ਕੀਤੀ ਗਈ ਜੋ ਕਿ 345 ਝੂਠੇ ਕ੍ਰੈਡਿਟ ਕਾਰਡਸ ਦੇ ਨਾਲ ਜੁੜੀ ਹੋਈ ਹੈ। ਇਸ ਦੇ ਕਾਰਨ ਹੁਣ ਉਹਨਾਂ ਨੂੰ 30 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਇਸ ਔਰਤ ਦਾ ਨਾਮ ਰਿਪੀ ਦੱਸਿਆ ਗਿਆ ਜਿਸ ਦੀ ਉਮਰ 47 ਸਾਲ ਦੇ ਲਗਭਗ ਦੱਸੀ ਗਈ ਹੈ। ਇਸ ਨੂੰ 6 ਕਾਊਂਟਸ ਦੇ ਤਹਿਤ ਗਿਲਟੀ ਪਾਇਆ ਗਿਆ। ਰਿਪੀ ਅਤੇ ਉਸਦੇ ਸਪਾਊਸ ਜਿਸ ਦਾ ਨਾਮ ਕਰਮਜੀਤ ਟਿਵਾਣਾ ਦੱਸਿਆ ਗਿਆ, ਇਹ ਦੋਨੇ ਜਾਣੇ 22 ਚਾਰਜਸ ਦਾ ਸਾਹਮਣਾ ਕਰ ਰਹੇ ਸਨ। ਟਿਵਾਣਾ ਨੂੰ ਜੂਨ 2020 ਦੇ ਵਿੱਚ ਜੇਲ੍ਹ ਹੋਈ ਸੀ। ਕੋਰਟ ਦੇ ਦਸਤਾਵੇਜ਼ਾਂ ਦੇ ਵਿੱਚ ਜੋ ਸਾਹਮਣੇ ਆਇਆ ਉਸ ਦੇ ਮੁਤਾਬਕ ਸਤੰਬਰ 2016 ਅਤੇ ਜਨਵਰੀ 2017 ਦੇ ਦੌਰਾਨ ਇਸ ਜੋੜੇ ਵੱਲੋਂ 19 ਵਿਕਟਮਸ ਦੀ ਪਹਿਚਾਣ ਦੀ ਵਰਤੋਂ ਕਰਕੇ ਝੂਠੇ ਅਕਾਊਂਟ ਖੋਲ੍ਹੇ ਗਏ। ਫਿਰ ਕ੍ਰੈਡਿਟ ਕਾਰਡਸ ਦੀ ਵਰਤੋਂ ਵੱਖ-ਵੱਖ ਚੀਜ਼ਾਂ ਦੇ ਲਈ ਕੀਤੀ ਗਈ ਜਿਸ ਦੇ ਵਿੱਚ ਇੱਕ ਟ੍ਰਿਪ ਅਤੇ BMW ਲੀਜ਼ ਵੀ ਸ਼ਾਮਲ ਸੀ। ਇਸ ਜੋੜੇ ਵੱਲੋਂ ਟਰੈਵਲ ਏਜੰਟ ਦੇ ਜ਼ਰੀਏ ਧੋਖੇ ਦੇ ਨਾਲ $6,700 ਦਾ ਟ੍ਰਿਪ ਵੀ ਖਰੀਦਿਆ ਗਿਆ। ਜਾਣਕਾਰੀ ਮੁਤਾਬਕ ਇਸ ਜੋੜੇ ਨੂੰ ਐਪਸਫੋਰਡ ਤੋਂ ਜਨਵਰੀ 2013 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹਨਾਂ ਕੋਲੋਂ ਇਸ ਸਮੇਂ ਕਈ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਸਨ। ਇਸ ਔਰਤ ਦੀ 2004 ਦੀ ਵੀ ਕ੍ਰਿਮੀਨਲ ਹਿਸਟਰੀ ਹੈ। ਕਰੋਨਾ ਵਾਇਰਸ ਦੇ ਚੱਲਦਿਆਂ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਦੀ ਨੌਕਰੀ ਚਲੀ ਗਈ ਸੀ, ਪਰ ਹੁਣ ਕੈਨੇਡਾ ਦੇ ਵਿੱਚ ਜਿਸ ਤਰ੍ਹਾਂ ਆਰਥਿਕਤਾ ਦੇ ਵਿੱਚ ਸੁਧਾਰ ਹੋ ਰਿਹਾ ਹੈ, ਮੁੜ ਤੋਂ ਇਹ ਨੌਕਰੀਆਂ ਰਿਕਵਰ ਹੋ ਰਹੀਆਂ ਨੇ। ਸਰੀ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਪੈਂਡੈਮਿਕ ਦੇ ਕਾਰਨ ਇੱਥੇ 38,000 ਨੌਕਰੀਆਂ ਚਲੀਆਂ ਗਈਆਂ ਸੀ। ਇਹਨਾਂ ਵਿੱਚੋਂ 33,000 ਨੌਕਰੀਆਂ ਰਿਕਵਰ ਹੋ ਚੁੱਕੀਆਂ ਹਨ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਬਾਕੀ ਵੀ ਜਲਦ ਰਿਕਵਰ ਹੋ ਜਾਣਗੀਆਂ। ਸਰੀ ਦੇ ਵਿੱਚ ਜਿਹੜੀਆਂ ਨੌਕਰੀਆਂ ਕਰੋਨਾ ਵਾਇਰਸ ਦੇ ਕਾਰਨ ਚਲੀਆਂ ਗਈਆਂ ਸਨ, ਇਹਨਾਂ ਵਿੱਚੋਂ 33,000 ਨੌਕਰੀਆਂ ਰਿਕਵਰ ਹੋ ਗਈਆਂ ਹਨ। ਇਹ ਜਾਣਕਾਰੀ ਸਰੀ ਬੋਰਡ ਆਫ ਟ੍ਰੇਡਸ ਦੀ ਨਵੀਂ ਲੇਬਰ ਮਾਰਕੀਟ ਇੰਟੈਲੀਜੈਂਸ ਰਿਪੋਰਟ ਤੋਂ ਸਾਹਮਣੇ ਆਈ ਹੈ। ਇਸ ਦੇ ਵਿੱਚ ਪਤਾ ਚੱਲਿਆ ਕਿ 33,000 ਲੋਕਲ ਜੌਬਸ ਮੁੜ ਹਾਸਲ ਹੋਈਆਂ ਹਨ। ਬੋਰਡ ਦੀ CEO ਨੇ ਕਿਹਾ ਹੈ ਕਿ ਇਸ ਦਾ ਮਤਲਬ ਹੈ ਕਿ ਆਰਥਿਕਤਾ ਦੇ ਵਿੱਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੇ ਅਸੀਂ 5,000 ਨੌਕਰੀਆਂ ਦੇ ਉੱਪਰ ਧਿਆਨ ਦੇ ਰਹੇ ਹਾਂ ਜੋ ਕਿ ਰਿਕਵਰ ਹੋਣੀਆਂ ਬਾਕੀ ਹਨ। ਜਲਦ ਹੀ ਸਰੀ ਬ੍ਰਿਟਿਸ਼ ਕੋਲੰਬੀਆ ਦਾ ਅਜਿਹਾ ਵੱਡਾ ਸ਼ਹਿਰ ਬਣੇਗਾ ਜਿੱਥੇ ਜੁਲਾਈ 2020 ਤੋਂ ਹੁਣ ਤੱਕ 33,000 ਨੌਕਰੀਆਂ ਰਿਕਵਰ ਹੋ ਗਈਆਂ ਹਨ। ਜਾਣਕਾਰੀ ਮੁਤਾਬਕ ਪੈਂਡੈਮਿਕ ਦੇ 5 ਮਹੀਨਿਆਂ ਦੇ ਦੌਰਾਨ ਹੀ ਸਰੀ ਵੱਲੋਂ 38,000 ਨੌਕਰੀਆਂ ਗਵਾਈਆਂ ਗਈਆਂ ਸਨ। ਸਤੰਬਰ ਮਹੀਨੇ ਤੋਂ ਹੀ ਕੰਸਟਰਕਸ਼ਨ ਇੰਡਸਟਰੀ ਕਾਫੀ ਡਾਊਨ ਗਈ। ਪੈਂਡੈਮਿਕ ਦੇ ਸਮੇਂ ਤੋਂ ਹੀ ਸੇਲਜ਼ ਅਤੇ ਸਰਵਿਸਿਜ਼ ਦੇ ਵਿੱਚ 12,000 ਨੌਕਰੀਆਂ ਚਲੀਆਂ ਗਈਆਂ। ਟ੍ਰੇਡਸ ਦੇ ਵਿੱਚ ਇਹ ਗਿਣਤੀ 3,700 ਰਹੀ। ਇਸ ਦੇ ਨਾਲ ਹੀ ਮੈਨੂਫੈਕਚਰਿੰਗ ਐਂਡ ਯੂਟਿਲਿਟੀਜ਼, ਆਰਟ ਐਂਡ ਕਲਚਰ, ਸਪੋਰਟਸ ਐਂਡ ਰੀਕ੍ਰੀਏਸ਼ਨ ਦੇ ਵਿੱਚ ਇਹ ਗਿਣਤੀ 2,400 ਰਹੀ ਹੈ। ਸੋ ਸਰੀ ਦੇ ਵਿੱਚ ਜਿਹੜੀਆਂ ਨੌਕਰੀਆਂ ਮੁੜ ਤੋਂ ਹਾਸਲ ਕੀਤੀਆਂ ਗਈਆਂ ਨੇ ਉਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਵੱਲੋਂ ਜਿਸ ਤਰ੍ਹਾਂ ਐਲਾਨ ਕੀਤਾ ਗਿਆ ਸੀ, ਇਸ ਹਫ਼ਤੇ ਵੱਖ-ਵੱਖ ਥਾਵਾਂ ਦੇ ਉੱਪਰ ਚੈੱਕ ਪੁਆਇੰਟਸ ਲੱਗਣ ਵਾਲੇ ਹਨ। ਇਸ ਖਬਰ ਦੇ ਵਿੱਚ ਦੱਸਾਂਗੇ ਕਿ ਕਿਹੜੀਆਂ-ਕਿਹੜੀਆਂ ਥਾਵਾਂ ਦੇ ਉੱਪਰ ਇਹ ਚੈੱਕ ਪੁਆਇੰਟਸ ਜਾਣੀ ਕਿ ਨਾਕੇ ਲੱਗਣਗੇ ਜਿਹੜੇ ਵੀ ਇਸ ਮੌਕੇ ਯਾਤਰਾ ਕਰਨਗੇ। ਜਿਸ ਤਰ੍ਹਾਂ ਪਹਿਲਾਂ ਹੀ ਪ੍ਰੋਵਿੰਸ ਵੱਲੋਂ ਕਿਹਾ ਗਿਆ ਹੈ ਕਿ ਗੈਰ ਜ਼ਰੂਰੀ ਯਾਤਰਾ ਤੋਂ ਪਰਹੇਜ਼ ਕੀਤਾ ਜਾਵੇ। ਜਿਹੜਾ ਵੀ ਯਾਤਰਾ ਕਰੇਗਾ ਇਹਨਾਂ ਚੈੱਕ ਪੁਆਇੰਟਸ ਤੇ ਉਸ ਤੋਂ ਰੋਕ ਕੇ ਕਾਰਨ ਪੁੱਛਿਆ ਜਾਵੇਗਾ, ਡਰਾਈਵਰ ਦਾ ਨਾਮ ਪੁੱਛਿਆ ਜਾਵੇਗਾ, ਪਤਾ ਪੁੱਛਿਆ ਜਾਵੇਗਾ ਤੇ ਜੇਕਰ ਉਸ ਵੱਲੋਂ ਕੋਈ ਵੀ ਵੈਸੇ ਯਾਤਰਾ ਕੀਤੀ ਜਾ ਰਹੀ ਹੈ, ਗੈਰ ਜ਼ਰੂਰੀ ਯਾਤਰਾ ਕੀਤੀ ਜਾ ਰਹੀ ਹੈ ਤਾਂ ਫਿਰ ਉਸ ਨੂੰ ਅਜਿਹਾ ਨਾ ਕਰਨ ਤੇ ਕਿਹਾ ਜਾਏਗਾ। ਜੁਰਮਾਨਾ ਵੀ ਇਸ ਦੇ ਕਾਰਨ ਜਾਂ ਫਿਰ ਕਹਿ ਲਈਏ ਕਿ ਇਸ ਦੇ ਚੱਲਦਿਆਂ ਲੱਗ ਸਕਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੇ ਇਸ ਵੀਕਐਂਡ ਰੋਡ ਚੈੱਕ ਲੱਗਣਗੇ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਬਾਰੇ ਸਾਰੀ ਜਾਣਕਾਰੀ ਬ੍ਰਿਟਿਸ਼ ਕੋਲੰਬੀਆ RCMP ਵੱਲੋਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰੋਵਿੰਸ ਦੇ ਵਿੱਚ ਗੈਰ ਜ਼ਰੂਰੀ ਯਾਤਰਾ ਜਾਣੀ ਕਿ ਨਾਨ ਐਸੈਂਸ਼ੀਅਲ ਟਰੈਵਲ ਦੇ ਉੱਪਰ ਪਾਬੰਦੀਆਂ ਲਗਾਈਆਂ ਗਈਆਂ ਅਤੇ ਜਿਹੜੇ ਵੀ ਲੋਕ ਇਸ ਦਾ ਉਲੰਘਣ ਕਰਨਗੇ ਉਹਨਾਂ ਨੂੰ 4 ਰੋਡ ਚੈੱਕ ਦਾ ਸਾਹਮਣਾ ਕਰਨਾ ਪਵੇਗਾ। ਇਹਨਾਂ ਰੋਡ ਚੈੱਕਸ ਜਾਣੀ ਕਿ ਨਾਕਿਆਂ ਦੇ ਉੱਪਰ ਉਹਨਾਂ ਨੂੰ ਯਾਤਰਾ ਸੰਬੰਧੀ ਸਵਾਲ ਪੁੱਛੇ ਜਾਣਗੇ। ਇਸ ਬਾਰੇ ਪਹਿਲਾਂ ਹੀ ਪਬਲਿਕ ਸੇਫਟੀ ਮਿਨਿਸਟਰ ਮਾਈਕ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ ਅਤੇ ਹੁਣ ਬ੍ਰਿਟਿਸ਼ ਕੋਲੰਬੀਆ RCMP ਦਾ ਕਹਿਣਾ ਹੈ ਕਿ ਬੋਸਟਨ ਬਾਰ ਇਲਾਕੇ ਦੇ ਵਿੱਚ ਹਾਈਵੇ 1 ਦੇ ਕੋਲ
ਮੈਨਿੰਗ ਪਾਰਕ ਕੋਲ ਹਾਈਵੇ 3, ਹਾਈਵੇ 5 ਤੇ 올ਡ ਟੋਲ ਬੂਥ ਏਰੀਆ ਅਤੇ ਲੀਲੋਏਡ ਦੇ ਕੋਲ ਹਾਈਵੇ 99 ਦੇ ਉੱਪਰ ਰੋਡ ਚੈੱਕ ਜਾਣੀ ਕਿ ਨਾਕੇ ਲਗਾਏ ਜਾਣਗੇ। ਜੇਕਰ ਇਸ ਦੌਰਾਨ ਕੋਈ ਵੀ ਵਿਅਕਤੀ ਗੈਰ ਜ਼ਰੂਰੀ ਯਾਤਰਾ ਕਰਦਾ ਪਾਇਆ ਗਿਆ ਤੇ ਉਸ ਨੂੰ $575 ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਜੇਕਰ ਕੋਈ ਵਿਅਕਤੀ ਰੋਡ ਚੈੱਕ ਤੇ ਆਫੀਸਰ ਦੇ ਨਿਰਦੇਸ਼ ਦਾ ਪਾਲਣ ਨਹੀਂ ਕਰੇਗਾ ਤੇ ਉਸ ਨੂੰ $230 ਦਾ ਜੁਰਮਾਨਾ ਲੱਗ ਸਕਦਾ ਹੈ। ਪਹਿਲਾਂ ਹੀ ਇਸ ਸੰਬੰਧੀ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਇਹਨਾਂ ਰੋਡ ਚੈੱਕ ਦੇ ਉੱਪਰ ਵਹੀਕਲ ਚਲਾਉਣ ਵਾਲੇ ਨੂੰ ਉਸ ਦਾ ਨਾਮ, ਲਾਇਸੈਂਸ ਅਤੇ ਘਰ ਦਾ ਪਤਾ ਪੁੱਛਿਆ ਜਾ ਸਕਦਾ ਹੈ। ਜੇਕਰ ਆਫੀਸਰ ਨੂੰ ਇਸ ਦੌਰਾਨ ਲੱਗਿਆ ਕਿ ਜਿਹੜਾ ਵਾਹਨ ਚਲਾਉਣ ਵਾਲਾ ਹੈ ਆਪਣੇ ਹੈਲਥ ਅਥਾਰਟੀ ਜ਼ੋਨ ਤੋਂ ਕਿਸੇ ਹੋਰ ਜ਼ੋਨ ਦੇ ਵਿੱਚ ਦਾਖਲ ਹੋਣ ਜਾ ਰਿਹਾ ਹੈ ਤੇ ਉਹਨਾਂ ਨੂੰ ਅਜਿਹਾ ਨਾ ਕਰਨ ਦੇ ਨਿਰਦੇਸ਼ ਦਿੱਤੇ ਜਾ ਸਕਦੇ ਹਨ। ਸੋ ਹੁਣ ਬ੍ਰਿਟਿਸ਼ ਕੋਲੰਬੀਆ ਵਾਸੀ ਤਿਆਰ ਹੋ ਜਾਣ ਕਿਉਂਕਿ ਇਸ ਵੀਕਐਂਡ ਜਿੱਥੇ-ਜਿੱਥੇ ਵੀ ਰੋਡ ਚੈੱਕ ਲੱਗਣਗੇ ਇਸ ਦੇ ਬਾਰੇ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ। ਕਿਊਬੈਕ ਦੇ ਪ੍ਰੀਮੀਅਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇੱਥੇ ਪ੍ਰੋਵਿੰਸ ਦੇ ਵਿੱਚ ਜਿਹੜੀਆਂ ਕਰੋਨਾ ਵਾਇਰਸ ਦੇ ਕਾਰਨ ਸਖਤੀਆਂ ਕੀਤੀਆਂ ਗਈਆਂ, ਪਾਬੰਦੀਆਂ ਲਗਾਈਆਂ ਗਈਆਂ, ਜਲਦ ਹੀ ਉਹਨਾਂ ਨੂੰ ਕੁਝ ਮਹੀਨਿਆਂ ਦੇ ਅੰਦਰ ਹਟਾਉਣ ਦੀ ਸ਼ੁਰੂਆਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ 3 ਪੜਾਅ ਦੇ ਤਹਿਤ ਇਹਨਾਂ ਪਾਬੰਦੀਆਂ ਨੂੰ ਹਟਾਇਆ ਜਾਏਗਾ। ਇਸ ਦੇ ਵਾਸਤੇ ਰੋਡ ਮੈਪ ਉਹਨਾਂ ਵੱਲੋਂ ਸਿਹਤ ਮੰਤਰੀ ਨੂੰ ਭੇਜ ਦਿੱਤਾ ਗਿਆ ਹੈ, ਜਿਸ ਦਾ ਐਲਾਨ ਕੁਝ ਹੀ ਮਹੀਨੇ ਜਾਂ ਫਿਰ ਕਹਿ ਲਈਏ ਕਿ ਹਫ਼ਤਿਆਂ ਦੇ ਵਿੱਚ ਕਰ ਦਿੱਤਾ ਜਾਵੇਗਾ। ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਿਸ ਦੇ ਵਿੱਚ ਕਰੋਨਾ ਵਾਇਰਸ ਦੇ ਚੱਲਦਿਆਂ ਸਖਤੀਆਂ ਕੀਤੀਆਂ ਗਈਆਂ, ਪਾਬੰਦੀਆਂ ਲਗਾਈਆਂ ਗਈਆਂ, ਜਿਸ ਤੋਂ ਬਾਅਦ ਹੁਣ ਹੌਲੀ-ਹੌਲੀ ਕਰਕੇ ਆਸ ਜਾਗ ਰਹੀ ਹੈ ਕਿ ਚੀਜ਼ਾਂ ਨੂੰ ਮੁੜ ਤੋਂ ਖੋਲ੍ਹਿਆ ਜਾਵੇਗਾ। ਇਸ ਸੰਬੰਧੀ ਕਿਊਬੈਕ ਤੋਂ ਇੱਕ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਕਿਊਬੈਕ ਵੱਲੋਂ ਹੁਣ ਰੀਓਪਨਿੰਗ ਦਾ ਪਲਾਨ ਸਾਂਝਾ ਕੀਤਾ ਜਾ ਸਕਦਾ ਹੈ। ਕਿਊਬੈਕ ਦੇ ਪ੍ਰੀਮੀਅਰ ਰੀਓਪਨਿੰਗ ਦਾ ਰੋਡ ਮੈਪ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਪੇਸ਼ ਜਾਣੀ ਕਿ ਸਾਂਝਾ ਕਰ ਸਕਦੇ ਹਨ। ਪ੍ਰੀਮੀਅਰ ਦਾ ਕਹਿਣਾ ਹੈ ਕਿ ਉਹ ਸਸਕੈਚੁਆਨ ਵਾਲਾ ਪਲਾਨ ਚਾਹੁੰਦੇ ਹਨ। ਇੱਥੇ ਰੀਓਪਨਿੰਗ 3 ਪੜਾਅ ਦੇ ਤਹਿਤ ਕੀਤੀ ਜਾਵੇਗੀ, ਜਿਸ ਤਰ੍ਹਾਂ ਸਸਕੈਚੁਆਨ ਦੇ ਵਿੱਚ ਐਲਾਨ ਕੀਤਾ ਗਿਆ। ਆਉਣ ਵਾਲੇ ਮਹੀਨਿਆਂ ਦੇ ਵਿੱਚ ਹੌਲੀ-ਹੌਲੀ ਕਰਕੇ ਚੀਜ਼ਾਂ ਖੋਲ੍ਹੀਆਂ ਜਾਣਗੀਆਂ। ਪ੍ਰੀਮੀਅਰ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੇ ਹੈਲਥ ਮਿਨਿਸਟਰ ਨੂੰ ਰੋਡ ਮੈਪ ਭੇਜ ਦਿੱਤਾ ਹੈ। ਪ੍ਰੀਮੀਅਰ ਦਾ ਕਹਿਣਾ ਹੈ ਕਿ ਪਾਬੰਦੀਆਂ ਦੇ ਵਿੱਚ ਢਿੱਲ ਇਸ ਆਧਾਰ ਦੇ ਉੱਪਰ ਦਿੱਤੀ ਜਾਵੇਗੀ ਕਿ ਇਸ ਸਮੇਂ ਵੈਕਸੀਨੇਸ਼ਨ ਰੇਟ ਕੀ ਹੈ। ਕੈਨੇਡਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਕਈ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ ਅਤੇ ਟੀਚਾ ਵੀ ਮਿੱਥਿਆ ਗਿਆ ਹੈ ਕਿ ਜਲਦ ਤੋਂ ਜਲਦ ਪੋਪੂਲੇਸ਼ਨ ਨੂੰ ਵੈਕਸੀਨ ਲਗਾਈ ਜਾਵੇ। ਇਸੇ ਦੇ ਚੱਲਦਿਆਂ ਹੁਣ ਹੌਲੀ-ਹੌਲੀ ਕਰਕੇ ਉਮੀਦ ਜਾਗਣ ਲੱਗੀ ਹੈ ਕਿ ਜਲਦ ਹੀ ਜ਼ਿੰਦਗੀ ਆਮ ਨੀਹਾਂ ਦੇ ਉੱਪਰ ਵਾਪਸ ਪਰਤ ਆਵੇਗੀ। ਟਰਾਂਸਪੋਰਟ ਕੈਨੇਡਾ ਵੱਲੋਂ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ। ਇਹ ਚੇਤਾਵਨੀ ਉਹਨਾਂ ਦੇ ਵਾਸਤੇ ਹੈ ਜਿਹੜੇ ਕਿ ਕੋਵਿਡ-19 ਦੀ ਝੂਠੀ ਜਾਣੀ ਕਿ ਗਲਤ ਰਿਪੋਰਟ ਬਣਾਉਂਦੇ ਨੇ। ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ 2 ਵਿਅਕਤੀਆਂ ਨੂੰ ਅਜਿਹਾ ਕਰਨ ਦੇ ਉੱਪਰ ਭਾਰੀ ਜੁਰਮਾਨਾ ਲਗਾਇਆ ਗਿਆ। ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਟਰਾਂਸਪੋਰਟ ਕੈਨੇਡਾ ਵੱਲੋਂ ਜੁਰਮਾਨਾ ਲਗਾਇਆ ਗਿਆ ਹੋਵੇ। ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਸਮੇਂ-ਸਮੇਂ ਦੇ ਉੱਪਰ ਸਾਹਮਣੇ ਆਉਂਦੇ ਰਹੇ ਹਨ, ਜਿਸ ਦੀ ਸਾਰੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ। ਟਰਾਂਸਪੋਰਟ ਕੈਨੇਡਾ ਵੱਲੋਂ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ। ਇਹ ਚੇਤਾਵਨੀ ਝੂਠੇ ਕੋਵਿਡ ਟੈਸਟ ਦੇ ਬਾਰੇ ਵਿੱਚ ਹੈ। ਆਫੀਸ਼ੀਅਲਸ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ, ਜਿੱਥੇ ਉਹਨਾਂ ਨੇ ਦੱਸਿਆ ਕਿ 2 ਵਿਅਕਤੀਆਂ ਨੂੰ ਅਜਿਹਾ ਕਰਨ ਦੇ ਉੱਪਰ ਉਹਨਾਂ ਵੱਲੋਂ ਭਾਰੀ ਜੁਰਮਾਨਾ ਲਗਾਇਆ ਗਿਆ। ਇਹਨਾਂ ਦੋਨਾਂ ਵਿਅਕਤੀਆਂ ਵੱਲੋਂ ਇੱਕ ਝੂਠਾ ਕੋਵਿਡ-19 ਦਾ ਪ੍ਰੀ ਡਿਪਾਰਚਰ ਟੈਸਟ ਦਿਖਾਇਆ ਗਿਆ। ਜਾਣਕਾਰੀ ਦੇ ਮੁਤਾਬਕ ਪਹਿਲਾ ਮਾਮਲਾ ਫਰਵਰੀ 8, 2021 ਦੌਰਾਨ ਸਾਹਮਣੇ ਆਇਆ, ਜਿੱਥੇ ਪੈਸੇਂਜਰ ਨੂੰ $2,500 ਦਾ ਜੁਰਮਾਨਾ ਲਗਾਇਆ ਗਿਆ ਕਿਉਂਕਿ ਉਸਨੇ ਝੂਠਾ ਆਲਟਰਡ ਕੋਵਿਡ-19 ਟੈਸਟ ਦਿਖਾਇਆ ਸੀ। ਦੂਸਰਾ ਮਾਮਲਾ ਜੋ ਸਾਹਮਣੇ ਆਇਆ ਉਹ ਅਪ੍ਰੈਲ 3, 2021 ਦਾ ਦੱਸਿਆ ਗਿਆ, ਜਿੱਥੇ ਵਿਅਕਤੀ ਨੂੰ ਝੂਠਾ ਟੈਸਟ ਦਿਖਾਉਣ ਦੇ ਉੱਪਰ $6,500 ਦਾ ਜੁਰਮਾਨਾ ਲਗਾਇਆ ਗਿਆ ਅਤੇ ਇਸ ਵੱਲੋਂ US ਤੋਂ ਟੋਰਾਂਟੋ ਦੇ ਵਿੱਚ ਟਰੈਵਲ ਕੀਤਾ ਗਿਆ ਸੀ। ਪ੍ਰੈਸ ਰਿਲੀਜ਼ ਦੇ ਵਿੱਚ ਆਫੀਸ਼ੀਅਲਸ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਯਾਤਰੀ ਵੱਲੋਂ ਝੂਠੀ ਡੈਕਲੇਰੇਸ਼ਨ ਵੀ ਦਿੱਤੀ ਗਈ ਸੀ, ਜੋ ਕਿ ਉਸ ਦੀ ਸਿਹਤ ਦੇ ਨਾਲ ਜੁੜੀ ਹੋਈ ਸੀ। ਦੱਸੀਏ ਕਿ ਫੈਡਰਲ ਸਰਕਾਰ ਅਤੇ ਫੈਡਰਲ ਆਫੀਸ਼ੀਅਲਸ ਦੇ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਇਹ ਸਹੀ ਵੇਲਾ ਨਹੀਂ ਹੈ ਜਦੋਂ ਯਾਤਰਾ ਕੀਤੀ ਜਾਵੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਖੁਦ ਇਸ ਗੱਲ ਦੇ ਉੱਪਰ ਲਗਾਤਾਰ ਜ਼ੋਰ ਦੇ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਮੌਕੇ ਕੋਈ ਵੀ ਨਾਨ ਅਸੈਂਸ਼ੀਅਲ ਜਾਣੀ ਕਿ ਗੈਰ ਜ਼ਰੂਰੀ ਯਾਤਰਾ ਨਾ ਕੀਤੀ ਜਾਵੇ। ਅਧਿਕਾਰੀਆਂ ਦੇ ਮੁਤਾਬਕ 99% ਟਰੈਵਲਰਸ ਜਾਣੀ ਕਿ ਯਾਤਰੀ ਅਜਿਹੇ ਨੇ ਜਿਨ੍ਹਾਂ ਵੱਲੋਂ ਸਾਰੇ ਨਿਯਮਾਂ ਦਾ ਪਾਲਣ ਕੀਤਾ ਜਾਂਦਾ ਹੈ, ਪਰ ਜੇਕਰ ਕੋਈ ਨਿਯਮ ਦਾ ਉਲੰਘਣ ਕਰਦਾ ਹੈ ਤੇ ਉਸ ਨੂੰ $5,000 ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਮਾਰਚ ਮਹੀਨੇ ਉਹਨਾਂ ਵੱਲੋਂ 30 ਅਜਿਹੇ ਲੋਕਾਂ ਨੂੰ ਫੜਿਆ ਗਿਆ ਜਿਹੜੇ ਕਿ ਝੂਠਾ ਕੋਵਿਡ ਟੈਸਟ ਦਿਖਾ ਰਹੇ ਸਨ
ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਟਰਾਂਸਪੋਰਟ ਕੈਨੇਡਾ ਵੱਲੋਂ ਯਾਤਰੀਆਂ ਨੂੰ ਝੂਠਾ ਟੈਸਟ ਦਿਖਾਉਣ ਦੇ ਉੱਪਰ ਜੁਰਮਾਨਾ ਲਗਾਇਆ ਗਿਆ। ਇਸ ਤੋਂ ਪਹਿਲਾਂ ਵੀ ਉਹਨਾਂ ਵੱਲੋਂ ਅਜਿਹਾ ਕੀਤਾ ਜਾ ਚੁੱਕਿਆ ਹੈ, ਕਿਉਂਕਿ ਫਰਵਰੀ ਦੇ ਵਿੱਚ ਵੀ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਯਾਤਰੀ ਨੂੰ ਫਾਈਨ ਲਗਾਇਆ ਗਿਆ ਜੋ ਕਿ ਜਰਮਨੀ ਤੋਂ ਕੈਨੇਡਾ ਆਇਆ ਸੀ। ਇਸ ਵਿਅਕਤੀ ਨੂੰ $2,500 ਦਾ ਝੂਠੇ ਡੈਕਲੇਰੇਸ਼ਨ ਦੇ ਸੰਬੰਧੀ ਜੁਰਮਾਨਾ ਲਗਾਇਆ ਗਿਆ ਸੀ। ਅਜਿਹਾ ਹੀ ਮਾਮਲਾ ਜਨਵਰੀ ਮਹੀਨੇ ਵੀ ਸਾਹਮਣੇ ਆਇਆ ਸੀ ਜਿੱਥੇ ਇੱਕ ਯਾਤਰੀ ਵੱਲੋਂ ਮੈਕਸੀਕੋ ਤੋਂ ਕੈਨੇਡਾ ਟਰੈਵਲ ਕੀਤਾ ਜਾ ਰਿਹਾ ਸੀ ਅਤੇ ਇਸ ਨੂੰ $1,000 ਦਾ ਜੁਰਮਾਨਾ ਲਗਾਇਆ ਗਿਆ ਕਿਉਂਕਿ ਇਸ ਵੱਲੋਂ ਟੈਸਟ ਨਹੀਂ ਦਿਖਾਇਆ ਗਿਆ ਸੀ। ਹੋਰ ਵੀ ਅਜਿਹੇ ਕਈ ਮਾਮਲੇ ਸਮੇਂ-ਸਮੇਂ ਦੇ ਉੱਪਰ ਸਾਹਮਣੇ ਆਉਂਦੇ ਰਹੇ ਹਨ। ਨੋਵਾਵੈਕਸ ਵੈਕਸੀਨ ਦੇ ਨਾਲ ਸੰਬੰਧਿਤ ਇੱਕ ਖਾਸ ਖਬਰ ਸਾਹਮਣੇ ਆਈ ਹੈ ਜਿਸ ਦੇ ਮੁਤਾਬਕ ਕੋਰੋਨਾ ਵੇਰੀਐਂਟ ਦੇ ਖਿਲਾਫ ਇਸ ਟੀਕੇ ਨੂੰ ਅਸਰਦਾਰ ਪਾਇਆ ਗਿਆ। ਜਾਣੀ ਕਿ ਕੋਰੋਨਾ ਵੇਰੀਐਂਟ ਦੇ ਖਿਲਾਫ ਇਹ ਟੀਕਾ ਜਿਹੜਾ ਹੈ 51% ਅਸਰਦਾਰ ਪਾਇਆ ਗਿਆ, ਜਿਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਨੋਵਾਵੈਕਸ ਵੱਲੋਂ ਇੱਕ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿੱਥੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਨੋਵਾਵੈਕਸ ਕੋਰੋਨਾ ਵੇਰੀਐਂਟ ਦੇ ਖਿਲਾਫ 51% ਅਸਰਦਾਰ ਹੈ। ਇਹ ਵੈਕਸੀਨ ਸਾਊਥ ਅਫਰੀਕਾ ਦੇ ਵੇਰੀਐਂਟ ਦੇ ਖਿਲਾਫ ਅਸਰਦਾਰ ਹੈ। ਇਹ ਜਾਣਕਾਰੀ ਨਵੇਂ ਅਧਿਐਨ ਦੇ ਵਿੱਚ ਸਾਹਮਣੇ ਆਈ ਹੈ। ਜ਼ਿਆਦਾਤਰ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਕੋਰੋਨਾ ਵੇਰੀਐਂਟ ਦੇ ਵਿਰੁੱਧ ਟੀਕੇ ਦੇ ਅਸਰ ਦੀ ਜਾਂਚ ਕੀਤੀ ਜਾ ਰਹੀ ਹੈ। ਨੋਵਾਵੈਕਸ ਪੋਸਟ ਹਾਕ ਐਨਾਲਾਈਸਿਸ ਨਿਊ ਇੰਗਲੈਂਡ ਜਰਨਲ ਆਫ ਮੈਡੀਸਿਨ ਦੇ ਵਿੱਚ ਛਾਪਿਆ ਗਿਆ। ਇਸ ਦਾ ਟ੍ਰਾਇਲ ਸਾਊਥ ਅਫਰੀਕਾ ਦੇ ਵਿੱਚ ਕਰਵਾਇਆ ਗਿਆ ਜਿਸ ਦੇ ਵਿੱਚ 2700 ਵੋਲੰਟੀਅਰ ਸ਼ਾਮਲ ਕੀਤੇ ਗਏ ਸਨ। ਇਹ ਵੋਲੰਟੀਅਰ ਉਹ ਸਨ ਜਿਹੜੇ ਕਿ ਪਹਿਲਾਂ ਕੋਵਿਡ-19 ਵਾਇਰਸ ਤੋਂ ਇਨਫੈਕਟ ਹੋ ਚੁੱਕੇ ਸਨ, ਜਾਣੀ ਕਿ ਕੋਰੋਨਾ ਵਾਇਰਸ ਦੀ ਲਪੇਟ ਦੇ ਵਿੱਚ ਆ ਚੁੱਕੇ ਸਨ। ਜਨਵਰੀ ਮਹੀਨੇ ਦੇ ਨਤੀਜਿਆਂ ਦੇ ਵਿੱਚ ਇਸ ਨੂੰ ਜਾਣੀ ਕਿ ਨੋਵਾਵੈਕਸ ਨੂੰ ਵੇਰੀਐਂਟ ਦੇ ਖਿਲਾਫ 60.1% ਅਸਰਦਾਰ ਪਾਇਆ ਗਿਆ ਸੀ। ਟ੍ਰਾਇਲ ਦੇ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਉਮਰ 32 ਦੇ ਕਰੀਬ ਦੱਸੀ ਗਈ। ਇਹ ਟੀਕਾ ਹਸਪੀਟਲਾਈਜੇਸ਼ਨ ਨੂੰ ਕਿੰਨਾ ਘਟਾਉਂਦਾ ਹੈ ਇਸ ਬਾਰੇ ਅਜੇ ਜਾਣਕਾਰੀ ਨਹੀਂ ਦਿੱਤੀ ਗਈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਤੋਂ ਬਾਅਦ ਕੋਰੋਨਾ ਵੇਰੀਐਂਟ ਦੇ ਵੀ ਕਈ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਇਸੇ ਦੇ ਚੱਲਦਿਆਂ ਵੱਖ-ਵੱਖ ਵੈਕਸੀਨਸ ਦੇ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਵੇਰੀਐਂਟ ਦੇ ਖਿਲਾਫ ਉਹਨਾਂ ਦਾ ਟੀਕਾ ਕਿੰਨਾ ਅਸਰਦਾਰ ਹੈ। ਸਮੇਂ-ਸਮੇਂ ਦੇ ਉੱਪਰ ਫਾਰਮਾਸਿਊਟੀਕਲ ਕੰਪਨੀਆਂ ਆਪਣੀ ਜਾਣਕਾਰੀ ਜਾਣੀ ਕਿ ਇਨਫੋਰਮੇਸ਼ਨ ਸਾਹਮਣੇ ਲਿਆਉਂਦੀਆਂ ਰਹੀਆਂ ਹਨ। ਮੋਡਰਨਾ ਵੱਲੋਂ ਕੋਵਿਡ ਬੂਸਟਰ ਦੇ ਬਾਰੇ ਵਿੱਚ ਇੱਕ ਜਾਣਕਾਰੀ ਦਿੱਤੀ ਗਈ ਹੈ ਜਿੱਥੇ ਉਹਨਾਂ ਨੇ ਦੱਸਿਆ ਕਿ ਇਸ ਬੂਸਟਰ ਦੇ ਨਾਲ ਕੋਰੋਨਾ ਵੇਰੀਐਂਟ ਦੇ ਖਿਲਾਫ ਇਮਿਊਨਿਟੀ ਬਣਦੀ ਹੈ। ਇਸ ਬੂਸਟਰ ਦੇ ਬਾਰੇ ਉਹਨਾਂ ਵੱਲੋਂ ਖਾਸ ਅਪਡੇਟ ਸਾਂਝੀ ਕੀਤੀ ਗਈ ਹੈ। ਮੋਡਰਨਾ ਵੈਕਸੀਨ ਵੱਲੋਂ ਕੋਵਿਡ ਬੂਸਟਰ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ ਹੈ। ਮੋਡਰਨਾ ਦਾ ਕਹਿਣਾ ਹੈ ਕਿ ਕੋਵਿਡ-19 ਬੂਸਟਰ ਸ਼ਾਟ ਦੇ ਨਾਲ ਕੋਰੋਨਾ ਵੇਰੀਐਂਟ ਦੇ ਖਿਲਾਫ ਸੁਰੱਖਿਆ ਦੇ ਵਿੱਚ ਵਾਧਾ ਹੁੰਦਾ ਹੈ। ਮੋਡਰਨਾ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਤੀਸਰੇ ਡੋਜ਼ ਤੋਂ ਬਾਅਦ ਬ੍ਰਾਜ਼ੀਲ ਅਤੇ ਸਾਊਥ ਅਫਰੀਕਾ ਦੇ ਵੇਰੀਐਂਟ ਦੇ ਖਿਲਾਫ ਇਮਿਊਨਿਟੀ ਦੇ ਵਿੱਚ ਵਾਧਾ ਹੁੰਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਜਿਹੜੇ ਵੀ ਵੋਲੰਟੀਅਰਸ ਨੂੰ ਮੋਡਰਨਾ ਵੈਕਸੀਨ ਦੇ ਨਾਲ ਵੈਕਸੀਨ ਬੂਸਟਰ ਦਿੱਤਾ ਗਿਆ ਉਹਨਾਂ ਦੇ ਵਿੱਚ ਜ਼ਿਆਦਾ ਐਂਟੀਬਾਡੀ ਬਣੇ। ਇਸ ਦਾ ਟ੍ਰਾਇਲ 40 ਲੋਕਾਂ ਦੇ ਉੱਪਰ ਕੀਤਾ ਗਿਆ। ਇਸ ਤੋਂ ਬਾਅਦ ਇਹ ਦੇਖਣ ਦੇ ਵਿੱਚ ਆਇਆ ਕਿ ਓਰੀਜਨਲ ਵੈਕਸੀਨ ਦੇ ਮੁਕਾਬਲੇ ਬੂਸਟਰ ਕੋਰੋਨਾ ਦੇ ਵੇਰੀਐਂਟ ਦੇ ਖਿਲਾਫ ਵੱਧ ਅਸਰਦਾਰ ਹੈ। ਉਹਨਾਂ ਕਿਹਾ ਹੈ ਕਿ ਜਲਦ ਹੀ ਇਸ ਸੰਬੰਧੀ ਬਾਕੀ ਸਾਰੀ ਜਾਣਕਾਰੀ ਵੀ ਸਾਂਝੀ ਕੀਤੀ ਜਾਵੇਗੀ। ਮੋਡਰਨਾ ਨੇ ਇਹ ਵੀ ਦੱਸਿਆ ਕਿ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇਨਫੈਕਸ਼ਨ ਡਿਜ਼ੀਜ਼ਜ਼ ਵੱਲੋਂ ਵੀ ਇਸ ਸੰਬੰਧੀ ਸਟੱਡੀ ਕਰਵਾਈ ਜਾ ਰਹੀ ਹੈ। ਸੋ ਕੋਵਿਡ-19 ਵੈਕਸੀਨ ਦੇ ਨਾਲ ਜੁੜੀਆਂ ਕਈ ਸਟੱਡੀਜ਼ ਸਾਹਮਣੇ ਆ ਰਹੀਆਂ ਨੇ। ਇਹਨਾਂ ਫਾਰਮਾਸਿਊਟੀਕਲ ਕੰਪਨੀਆਂ ਵੱਲੋਂ ਆਪਣੇ ਟੀਕੇ ਦੇ ਟ੍ਰਾਇਲ ਸਮੇਂ-ਸਮੇਂ ਦੇ ਉੱਪਰ ਅਲੱਗ-ਅਲੱਗ ਚੀਜ਼ਾਂ ਨੂੰ ਲੈ ਕੇ ਕੀਤੇ ਜਾ ਰਹੇ ਹਨ। ਸੋ ਹੁਣ ਮੋਡਰਨਾ ਵੱਲੋਂ ਜੋ ਬੂਸਟਰ ਦੇ ਨਾਲ ਸੰਬੰਧਿਤ ਟ੍ਰਾਇਲ ਕੀਤਾ ਗਿਆ ਉਹਨਾਂ ਵੱਲੋਂ ਉਸ ਦੀ ਜਾਣਕਾਰੀ ਦਿੱਤੀ ਗਈ ਹੈ। ਘਰਾਂ ਦੀ ਸੇਲ ਬਾਰੇ ਇੱਕ ਖਾਸ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਕਿਹਾ ਜਾ ਰਿਹਾ ਹੈ ਕਿ ਹੌਲੀ-ਹੌਲੀ ਕਰਕੇ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਸੁਧਾਰ ਆ ਰਿਹਾ ਹੈ ਤੇ 2023 ਦੇ ਵਿੱਚ ਇਹ ਹੋ ਸਕਦਾ ਹੈ ਕਿ ਘਰਾਂ ਦੀ ਜਿਹੜੀ ਸੇਲ ਹੈ ਉਸ ਦੇ ਉੱਪਰ ਅਸਰ ਪਵੇ। ਇਹ ਘਰਾਂ ਦੀ ਕੀਮਤ ਵਧੇਗੀ ਜਾਂ ਘਟੇਗੀ ਇਹ ਸਾਰੀ ਜਾਣਕਾਰੀ ਦੇਵਾਂਗੇ ਇਸ ਖਬਰ ਦੇ ਵਿੱਚ। ਕੈਨੇਡਾ ਮੌਰਟਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਘਰਾਂ ਦੀ ਸੇਲ ਦੇ ਬਾਰੇ ਵਿੱਚ ਇੱਕ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਮੁਤਾਬਕ ਉਹਨਾਂ ਨੇ ਦੱਸਿਆ ਹੈ ਕਿ ਜੇ ਕੋਰੋਨਾ ਵਾਇਰਸ ਦੇ ਹਾਲਾਤ ਠੀਕ ਹੋ ਜਾਣ ਤਾਂ ਕੈਨੇਡਾ ਦੇ ਆਰਥਿਕ ਹਾਲਾਤ ਆਮ ਵਾਂਗ ਹੋ ਜਾਣਗੇ। ਇਸ ਦੇ ਨਾਲ ਹੀ 2023 ਦੇ ਆਖਿਰ ਤੱਕ ਘਰਾਂ ਦੀ ਸੇਲ ਦੀ ਰਫ਼ਤਾਰ ਮੱਧਮ ਹੋ ਜਾਵੇਗੀ। ਫੈਡਰਲ ਹਾਊਸਿੰਗ ਏਜੰਟ ਨੇ ਭਵਿੱਖਬਾਣੀ ਕੀਤੀ ਹੈ ਕਿ ਮੌਰਟਗੇਜ ਰੇਟ ਵਧਣ ਦੇ ਨਾਲ ਸੇਲ ਹੌਲੀ ਹੋਵੇਗੀ। ਏਜੰਸੀ ਨੇ ਇਹ ਵੀ ਕਿਹਾ ਹੈ ਕਿ ਹੌਲੀ-ਹੌਲੀ ਕਰਕੇ ਇਮੀਗ੍ਰੇਸ਼ਨ ਦੇ ਵਿੱਚ ਵੀ ਸੁਧਾਰ ਹੋਵੇਗਾ।
ਜਾਣੀ ਕਿ ਇਮੀਗ੍ਰੇਸ਼ਨ ਰਿਕਵਰ ਹੋਵੇਗਾ, ਜਿਸ ਦੇ ਨਾਲ ਰੈਂਟਲ ਜਾਣੀ ਕਿ ਕਿਰਾਏ ਦੀ ਮੰਗ ਵਿੱਚ ਵੀ ਵਾਧਾ ਹੋਵੇਗਾ। ਇਸ ਸਮੇਂ ਜੇਕਰ ਟੋਰਾਂਟੋ ਅਤੇ ਮੌਂਟਰੀਅਲ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਦੇ ਮੁਕਾਬਲੇ ਸੇਲ ਸਲੋ ਹੈ, ਜਾਣੀ ਕਿ ਇੱਥੇ ਘਰਾਂ ਦੀ ਸੇਲ ਹੌਲੀ ਦੇਖੀ ਜਾ ਰਹੀ ਹੈ। ਪਰ ਦੂਜੇ ਪਾਸੇ ਇਹ ਵੀ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਦੋਨਾਂ ਜਗ੍ਹਾ ਦੇ ਉੱਪਰ ਮਾਰਕੀਟ ਰੇਟ ਕਾਫੀ ਜ਼ਿਆਦਾ ਹਨ, ਜਾਣੀ ਕਿ ਮਾਰਕੀਟ ਰੇਟ ਕਾਫੀ ਹਾਈ ਹਨ। ਕੈਨੇਡਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਏਸ਼ੀਆਈ ਮੂਲ ਦੇ ਪਰਿਵਾਰ ਦੇ ਉੱਪਰ ਵਿਅਕਤੀ ਵੱਲੋਂ ਥੁੱਕਿਆ ਗਿਆ। ਪੁਲਿਸ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਨਾਲ ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਵਿਅਕਤੀ ਵੱਲੋਂ ਏਸ਼ੀਆ ਮੂਲ ਦੀ ਔਰਤ ਅਤੇ ਉਸਦੇ 4 ਬੱਚਿਆਂ ਦੇ ਉੱਪਰ ਥੁੱਕਿਆ ਗਿਆ, ਉਸ ਵਿਅਕਤੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਵਿਕਟੋਰੀਆ ਪੁਲਿਸ ਵੱਲੋਂ ਸਾਂਝੀ ਕੀਤੀ ਗਈ। ਵਿਕਟੋਰੀਆ ਪੁਲਿਸ ਵੱਲੋਂ ਇਹ ਦੱਸਿਆ ਗਿਆ ਹੈ ਕਿ ਉਹਨਾਂ ਵੱਲੋਂ ਇਸ ਨਫ਼ਰਤੀ ਅਪਰਾਧ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਵਿਅਕਤੀ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਸਨੇ ਕਥਿਤ ਤੌਰ ਦੇ ਉੱਪਰ ਇੱਕ ਏਸ਼ੀਆ ਮੂਲ ਦੀ ਔਰਤ ਅਤੇ ਉਸਦੇ 4 ਬੱਚਿਆਂ ਦੇ ਉੱਪਰ ਥੁੱਕ ਦਿੱਤਾ। ਇਹ ਔਰਤ ਜਿਸ ਦੇ ਨਾਲ ਇਹ ਘਟਨਾ ਵਾਪਰੀ ਹੈ, ਉਹ ਆਪਣੇ ਬੱਚਿਆਂ ਦੇ ਨਾਲ ਐਲੀਮੈਂਟਰੀ ਸਕੂਲ ਦੇ ਨੇੜੇ ਸੀ। ਪੁਲਿਸ ਵੱਲੋਂ ਦੱਸਿਆ ਗਿਆ ਕਿ ਇਹ ਘਟਨਾ ਮੰਗਲਵਾਰ ਦੁਪਹਿਰ ਸਮੇਂ ਵਾਪਰੀ ਸੀ। ਇਸ ਮਾਮਲੇ ਦੇ ਵਿੱਚ ਆਫ ਡਿਊਟੀ ਆਫੀਸਰ ਵੱਲੋਂ ਦਖਲ ਦਿੱਤਾ ਗਿਆ, ਜਿਸ ਤੋਂ ਬਾਅਦ ਔਰਤ ਅਤੇ ਬੱਚਿਆਂ ਦਾ ਉਸ ਵੱਲੋਂ ਬਚਾਅ ਕੀਤਾ ਗਿਆ। ਇਸ ਮਾਮਲੇ ਦੇ ਵਿੱਚ ਜਿਹੜਾ ਸ਼ੱਕੀ ਸੀ ਉਸ ਨੂੰ ਕੁਝ ਸਮੇਂ ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਗਿਆ। ਵਿਕਟੋਰੀਆ ਪੁਲਿਸ ਵੱਲੋਂ ਇਸ ਸੰਬੰਧੀ ਇਹ ਗੱਲ ਕਹੀ ਗਈ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਵਿੱਚ ਏਸ਼ੀਆਈ ਮੂਲ ਦੇ ਲੋਕਾਂ ਦੇ ਖਿਲਾਫ ਜੋ ਨਫ਼ਰਤੀ ਅਪਰਾਧ ਸਾਹਮਣੇ ਆ ਰਹੇ ਹਨ, ਅਜਿਹੇ ਮਾਮਲਿਆਂ ਦੇ ਵਿੱਚ ਵਾਧਾ ਹੋਇਆ ਹੈ। ਪਰ ਵਿਕਟੋਰੀਆ ਅਤੇ ਐਸਕੀਮੋਲਟ ਇਲਾਕੇ ਅਜਿਹੇ ਹਨ ਜਿੱਥੇ ਅਜਿਹਾ ਜ਼ਿਆਦਾ ਦੇਖਣ ਦੇ ਵਿੱਚ ਨਹੀਂ ਆਉਂਦਾ। ਪਰ ਇਹ ਜੋ ਮਾਮਲਾ ਸਾਹਮਣੇ ਆਇਆ ਉਸ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਅਤੇ ਜਿਹੜਾ ਇਸ ਮਾਮਲੇ ਦੇ ਵਿੱਚ ਸ਼ੱਕੀ ਸੀ ਉਸ ਨੂੰ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ। ਇਸ ਦੀ ਸਾਰੀ ਜਾਣਕਾਰੀ ਉਹਨਾਂ ਨੇ ਆਪਣੇ ਟਵਿੱਟਰ ਹੈਂਡਲ ਦੇ ਉੱਪਰ ਸਾਂਝੀ ਕੀਤੀ ਹੈ। ਸਰੀ ਤੋਂ ਇੱਕ ਗੋਲੀਬਾਰੀ ਦਾ ਮਾਮਲਾ ਪਿਛਲੇ ਦਿਨੀ ਸਾਹਮਣੇ ਆਇਆ ਸੀ, ਜਿਸ ਦੇ ਵਿੱਚ ਇੱਕ 20 ਸਾਲਾ ਲੜਕੀ ਦੀ ਜਾਨ ਚਲੀ ਗਈ ਸੀ। ਦਰਅਸਲ ਇਸ ਨੂੰ ਗੋਲੀ ਲੱਗੀ ਸੀ, ਜਿਸ ਤੋਂ ਬਾਅਦ ਹਸਪਤਾਲ ਭਰਤੀ ਕਰਵਾਇਆ ਗਿਆ, ਪਰ ਜਾਨ ਨਹੀਂ ਬਚਾਈ ਜਾ ਸਕੀ। ਪੁਲਿਸ ਨੇ ਹੁਣ ਇਸ ਸੰਬੰਧੀ ਜਾਣੀ ਕਿ ਆਈਹਿਟ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਵਿਅਕਤੀ ਨੂੰ ਇਸ ਦੇ ਉੱਪਰ ਚਾਰਜ ਲਗਾਏ ਗਏ ਹਨ। ਇਸ ਮਾਮਲੇ ਦੇ ਤਹਿਤ ਉਸ ਦੇ ਉੱਪਰ ਸੈਕੰਡ ਡਿਗਰੀ ਮਰਡਰ ਚਾਰਜ ਲਗਾਏ ਗਏ। ਸਰੀ ਦੇ ਫੇਟਲ ਗਿਲਡਫੋਰਡ ਤੋਂ ਇੱਕ ਸ਼ੂਟਿੰਗ ਦਾ ਜਾਣੀ ਕਿ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਲੜਕੀ ਦੇ ਇਸ ਦੇ ਚੱਲਦਿਆਂ ਮੌਤ ਹੋ ਗਈ ਸੀ। ਹੁਣ ਇਸ ਸੰਬੰਧੀ ਜਾਣਕਾਰੀ ਸਾਹਮਣੇ ਆਈ ਹੈ ਕਿ ਵਿਅਕਤੀ ਦੇ ਉੱਪਰ ਮਰਡਰ ਚਾਰਜ ਲਗਾਏ ਗਏ ਹਨ। ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਯੂਨਿਟ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਵਿਅਕਤੀ ਦੇ ਉੱਪਰ ਸੈਕੰਡ ਡਿਗਰੀ ਮਰਡਰ ਚਾਰਜ ਲਗਾਏ ਗਏ ਹਨ। ਇਸ ਵਿਅਕਤੀ ਦਾ ਨਾਮ ਅਲੀ ਖੁਦੈਰ ਦੱਸਿਆ ਗਿਆ, ਜਿਸ ਦੇ ਉੱਪਰ ਇਸ ਘਟਨਾ ਦੇ ਸੰਬੰਧ ਦੇ ਵਿੱਚ ਚਾਰਜ ਲਗਾਏ ਗਏ ਹਨ। ਇਹ ਘਟਨਾ ਮਈ 4 ਨੂੰ ਸਾਹਮਣੇ ਆਈ ਸੀ, ਜਿੱਥੇ ਪੁਲਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਉਹਨਾਂ ਨੂੰ 161 ਏ ਸਟਰੀਟ ਦੇ 9700 ਬਲਾਕ ਤੋਂ ਗੋਲੀਬਾਰੀ ਦੀ ਘਟਨਾ ਦੇ ਬਾਰੇ ਜਾਣਕਾਰੀ ਮਿਲੀ ਸੀ। ਉੱਥੇ ਉਹਨਾਂ ਨੇ ਦੇਖਿਆ ਸੀ ਕਿ ਇੱਕ 20 ਸਾਲਾ ਲੜਕੀ ਦੇ ਗੋਲੀਆਂ ਲੱਗੀਆਂ ਸਨ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲੈ ਕੇ ਜਾਇਆ ਗਿਆ, ਪਰ ਉੱਥੇ ਉਸਨੇ ਦਮ ਤੋੜ ਦਿੱਤਾ। ਆਈਹਿਟ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਉਸ ਦੇ ਮੁਤਾਬਕ ਖੁਦੈਰ ਨੂੰ ਜਲਦ ਹੀ ਇਸ ਘਟਨਾ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਦੇ ਨਾਲ ਹੀ ਆਰਸੀਐਮਪੀ ਨੇ ਕਿਹਾ ਹੈ ਕਿ ਜੇਕਰ ਕਿਸੇ ਕੋਲ ਇਸ ਸੰਬੰਧੀ ਹੋਰ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਦੇ ਨਾਲ ਜ਼ਰੂਰ ਸੰਪਰਕ ਕਰੇ। ਆਈਹਿਟ ਨੇ ਆਪਣਾ ਨੰਬਰ ਇਸ ਸੰਬੰਧੀ ਜਾਰੀ ਕੀਤਾ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ 18775514448 ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਨਾਲ ਹੀ ਕ੍ਰਾਈਮ ਸਟਾਪਰਸ ਦਾ ਨੰਬਰ 1800228477 ਦਿੱਤਾ ਗਿਆ ਹੈ। ਇਸ ਖਬਰ ਦੇ ਵਿੱਚ ਜਾਣਕਾਰੀ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਸੂਬੇ ਤੋਂ, ਕਿਸ ਪ੍ਰੋਵਿੰਸ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ। ਨਾਲ ਦੀ ਨਾਲ ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਕੀ ਮੌਜੂਦਾ ਹਾਲਾਤ ਨੇ, ਜਾਣੀ ਕਿ ਦੱਸਾਂਗੇ ਕੇਸਿਸ ਓਵਰਵਿਊ। ontario ਤੋਂ 24 ਘੰਟਿਆਂ ਦੌਰਾਨ 3424 ਦੇ ਕਰੀਬ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 24 ਘੰਟਿਆਂ ਦੌਰਾਨ 26 ਜਾਣਿਆਂ ਦੀ ਜਾਨ ਇਸ ਵਾਇਰਸ ਦੇ ਕਾਰਨ ਚਲੀ ਗਈ। ਹਸਪਤਾਲ ਦੇ ਵਿੱਚ 1964 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 877 ਇੰਟੈਂਸਿਵ ਕੇਅਰ ਅਧੀਨ ਨੇ ਤੇ 600 ਵੈਂਟੀਲੇਟਰ ਦੇ ਉੱਪਰ ਹਨ। ਟੋਰਾਂਟੋ ਤੋਂ 998, ਪੀਲ ਰੀਜਨ ਤੋਂ 900, ਯਾਰਕ ਰੀਜਨ ਤੋਂ 291, ਦੋਹਰਮ ਰੀਜਨ ਤੋਂ 175, ਹੈਮਿਲਟਨ ਤੋਂ 155 ਕਰੋਨਾ ਮਾਮਲੇ ਸਾਹਮਣੇ ਆਏ ਹਨ। ਕਿਬੈਕ ਤੋਂ ਕਰੋਨਾ ਵਾਇਰਸ ਦੇ 915 ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਇੱਕ ਮੌਤ ਇਸ ਵਾਇਰਸ ਦੇ ਕਾਰਨ ਹੋਈ ਹੈ। ਹੁਣ ਤੱਕ 3,54,000
390 ਦੇ ਕਰੀਬ ਕਰੋਨਾ ਮਾਮਲੇ ਸਾਹਮਣੇ ਆ ਚੁੱਕੇ ਨੇ ਅਤੇ ਹੁਣ ਤੱਕ 10,964 ਲੋਕਾਂ ਦੀ ਇਸ ਵਾਇਰਸ ਦੇ ਕਾਰਨ ਜਾਨ ਜਾ ਚੁੱਕੀ ਹੈ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 588 ਦੇ ਕਰੀਬ ਹੈ, ਜਿਨ੍ਹਾਂ ਵਿੱਚੋਂ 152 ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਤੋਂ 24 ਘੰਟੇ ਦੌਰਾਨ 663 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਕੈਨੇਡਾ ਦੇ ਵਿੱਚ ਹੁਣ ਤੱਕ 12.6 ਮਿਲੀਅਨ ਦੇ ਕਰੀਬ ਕਰੋਨਾ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ 24,499 ਦੇ ਕਰੀਬ ਹੁਣ ਤੱਕ ਮੌਤਾਂ ਹੋ ਚੁੱਕੀਆਂ ਨੇ। ਇਸ ਦੇ ਨਾਲ ਹੀ ਠੀਕ ਹੋਣ ਵਾਲਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੈਨੇਡਾ ਦੇ ਵਿੱਚ ਰਿਕਵਰਡ ਮਾਮਲੇ 11.6 ਮਿਲੀਅਨ ਹਨ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮ ਨੇ ਕੀਤਾ ਸਭ ਨੂੰ ਹੈਰਾਨ, ਕੁਝ ਘੰਟਿਆਂ ਦੇ ਵਿੱਚ ਆਈਆਂ ਕਈ ਹਜ਼ਾਰ ਅਰਜ਼ੀਆਂ। ਬਰੈਂਪਟਨ ਦੇ 3 ਪੰਜਾਬੀ ਚਾਰਜ 80 ਸਾਲਾ ਬਜ਼ੁਰਗ ਨੂੰ ਬਣਾਇਆ ਧੋਖੇ ਦਾ ਸ਼ਿਕਾਰ। ਐਪਸਫੋਰਡ ਦੇ ਜੋੜੇ ਨੇ ਕੀਤੀ $80,000 ਦੀ ਧੋਖਾਧੜੀ, ਹੁਣ ਕੋਰਟ ਨੇ ਦੋਨਾਂ ਨੂੰ ਮਾਮਲੇ ਦੇ ਵਿੱਚ ਸੁਣਾਈ ਸਜ਼ਾ। ਸਰੀ ਦੇ ਵਿੱਚ 33,000 ਨੂੰ ਮੁੜ ਮਿਲੀ ਨੌਕਰੀ, ਕਰੋਨਾ ਕਾਰਨ ਚਲੀ ਗਈ ਸੀ ਨੌਕਰੀ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਹਫ਼ਤੇ ਲੱਗਣਗੇ ਨਾਕੇ, ਜਾਣੋ ਕਿਹੜੀ ਥਾਂ ਦੇ ਉੱਪਰ ਲੱਗਣਗੇ ਨਾਕੇ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।